प्रकाश सिंह बादल बोले सो निहाल। एक अनुशासित वर्ग है व्यापारी। व्यापारी हर राजनीतिक पार्टी, समाजिक जथेबंदियां, धार्मिक जथेबंदियां दे जेबां भी भरदे आ। कोई त्योहार होवे, किसी पार्टी की रैली होवे, किसी शहीदी समागम होवे, ते जे उत्थे फंड जाने आ तां ये बहादुर वीर बैठे आ जिहड़े अनुशासन च रह के वो प्रोग्रामां नूं सिरे जिन्हां दी विशेष करके ड्यूटी साडे पार्टी प्रधान सुखबीर सिंह बादल साहब ने लाई आ, क्योंकि वो आप भी व्यापारी भी आ ते व्यापारियां दीयां मुश्किलां नूं भी ते उन्हां दीयां आउण वालीआं समस्यावां नूं भी चंगी तरह जानते आ। इस तो पहला भी वो जब अपनी सरकार सी व्यापार सैल दे विच जिन्नियां भी अपनियां को सेल टैक्स डिपार्टमेंट दीयां पॉलिसियां बनाईयां जां व्यापारियां नूं ਜਿਹੜੀਆਂ ਮੁਸ਼ਕਲਾਂ ਆ ਰਹੀਆਂ ਸੀ ਉਹਨਾਂ ਨੂੰ ਜਿਹੜੀਆਂ ਪਾਲਿਸੀਆਂ ਬਣੀਆਂ ਉਹਦੇ ਸੰਬੰਧ ਵਿੱਚ ਜੋ ਪਾਲਿਸੀ ਮੈਟਰ ਸੀਗਾ ਉਹ ਬਣਾਉਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਕਈ ਵਾਰ ਕੀ ਹੁੰਦਾ ਸੀ ਆਪਣੇ ਛੋਟੇ ਦੁਕਾਨਦਾਰ ਆ ਸੇਲ ਟੈਕਸ ਡਿਪਾਰਟਮੈਂਟ ਵਾਲੇ ਇੰਸਪੈਕਟਰ ਜਾਂ ਕੋਈ ਹੋਰ ਅਫਸਰ ਜਾ ਕੇ ਇਹ ਤੰਗ ਕਰਦੇ ਰਹਿੰਦੇ ਸੀਗੇ। ਜਿਹੜਾ ਮੀਡੀਅਮ ਦੁਕਾਨਦਾਰ ਆ ਉਹਦਾ ਇੱਕਦਮ ਘਬਰਾ ਜਾਂਦਾ ਜੇ ਉਹਦੀ ਦੁਕਾਨ ਤੇ ਕੋਈ ਅਫਸਰ ਐਸਾ ਆ ਜਾਵੇ ਨਾ ਵੀ ਪਤਾ ਨਹੀਂ ਹੁਣ ਕੀ ਹੋਣਾ। ਨਾ ਤਾਂ ਉਹਦੇ ਕੋਲ ਦਫ਼ਤਰ ਜਾਣ ਜੋਗੀ ਇਹ ਹੁੰਦੀ ਆ ਵੀ ਜੇ ਮੈਂ ਜਾਊਂਗਾ ਕਿਸੇ ਨੂੰ ਨਾਲ ਲੈ ਕੇ ਜਾਊਂਗਾ ਪਹੁੰਚ ਵਾਲੇ ਬੰਦੇ ਨੂੰ ਫਿਰ ਪਤਾ ਨਹੀਂ ਕੀ ਕਰਨਾ। ਕਈ ਮੈਂ ਸਮਝਦਾ ਵੀ ਅਫਸਰ ਵੀ ਐਸੇ ਸੀਗੇ ਉਸ ਵੇਲੇ ਵੀ ਅਸੀਂ ਦੇਖਿਆ ਉਹ ਹੋਰ ਦੁਕਾਨਦਾਰ ਨੂੰ ਪ੍ਰੈਸ਼ਰਾਈਜ਼ ਕਰਦੇ ਆ ਵੀ ਤੂੰ ਤਾਂ ਪਤਾ ਨਹੀਂ ਗਿਆ ਵੀ ਹੁਣ ਉਹ ਇਦਾਂ ਦੀਆਂ ਇਹਨਾਂ ਨੇ ਐਸੀਆਂ ਪਾਲਿਸੀਆਂ ਬਣਾਈਆਂ ਵੀ ਇੰਨੇ ਤੱਕ ਜੇ ਤੁਸੀਂ ਰਿਟਰਨ ਭਰਦੇ ਆ ਆਪਣਾ ਕਾਰਡ ਉਸ ਵੇਲੇ ਗੱਤਾ ਬਣਦਾ ਸੀ ਤਾਂ ਸਾਡਾ ਮੈਨੂੰ ਪਤਾ ਉਹ ਤੁਸੀਂ ਜੇ ਆਪਦੀ ਦੁਕਾਨ ਤੇ ਰੱਖ ਲਿਆ ਤੁਹਾਡੇ ਕੋਈ ਸੇਲ ਟੈਕਸ ਦਾ ਆਫੀਸਰ ਤੁਹਾਡੀ ਦੁਕਾਨ ਤੇ ਆ ਕੇ ਤੁਹਾਡੇ ਕੋਲ ਪੁੱਛਗਿੱਛ ਨਹੀਂ ਕਰ ਸਕਦਾ। ਪ੍ਰਧਾਨ ਆਰਟੀ ਐਸੋਸੀਏਸ਼ਨ ਸਟੇਟ ਦੇ ਆਓ ਜੀ ਪ੍ਰਧਾਨ ਐਨਕੇ ਸ਼ਰਮਾ ਜੀ ਸਾਡੇ ਅਕਾਲੀ ਦਲ ਦੇ ਜ਼ਿਲ੍ਹਾ ਪਾਰਲੀਮੈਂਟ ਦੇ ਪੰਜਾਬ ਦੇ ਪ੍ਰਧਾਨ ਆ। ਅਸੀਂ ਵਪਾਰੀਆਂ ਦੀ ਕਾਫੀ ਸਮੱਸਿਆ ਜਿਹੜੀਆਂ ਹੈਗੀਆਂ ਸਾਡੀ ਆਰਟੀ ਐਸੋਸੀਏਸ਼ਨ ਦੀ ਉਹ ਸਮੱਸਿਆ ਆ ਚਲੋ ਇਹਨਾਂ ਨੂੰ ਵਿਹਲੇ ਬਹਿ ਕੇ ਤੇ ਜਦੋਂ ਸਾਰੀਆਂ ਦੱਸ ਦੇਵਾਂਗੇ ਜੀ ਕਿਹੜੀਆਂ ਹੈਗੀਆਂ। ਬਾਕੀ ਸ਼ਹਿਰ ਵੱਲੋਂ ਸਾਡੇ ਜਿਹੜੇ ਵੀ ਸ਼ਹਿਰ ਦੇ ਡਿਵੈਲਪਮੈਂਟ ਦੇ ਕੰਮ ਆ ਜਾਂ ਕੋਈ ਵਪਾਰੀਆਂ ਦੀਆਂ ਤੰਗੀਆਂ ਹੈਗੀਆਂ, ਸੇਲ ਟੈਕਸ ਦੀਆਂ ਤੰਗੀਆਂ ਆ ਜਿਹੜੇ ਕਿ ਜਗ੍ਹਾ ਜਗ੍ਹਾ ਛਾਪੇ ਵਜਵਾਏ ਜਾਂਦੇ ਆ। ਖਾਸ ਕਰਕੇ ਅਕਾਲੀ ਦਲ ਦੇ ਵਰਕਰਾਂ ਦਾ ਜ਼ਿਆਦਾ ਟਾਰਗੇਟ ਬਣਾਇਆ ਜਾਂਦਾ ਹੈ। ਸਾਡੀ ਰੂਟ ਲਾਈਨ ਆ ਇਹਦੇ ਵਿੱਚ ਵੀ ਇਹਨਾਂ ਨੇ ਕਾਫੀ ਜਾਨੀ ਕਿ ਜਿਹੜਾ ਅਕਾਲੀ ਦਲ ਨਾਲ ਸੰਬੰਧਿਤ ਬੰਦੇ ਆ ਉਹਨਾਂ ਨੂੰ ਕਾਫੀ ਤੰਗ ਪਰੇਸ਼ਾਨ ਕੀਤਾ ਜਾਂਦਾ ਆ। ਅਸੀਂ ਇਹ ਕਹਿੰਦੇ ਵੀ ਇਹ ਸਾਰਾ ਜਿਹੜਾ ਸਾਡੀ ਸਰਕਾਰ ਆ ਤੇ ਸਾਰੇ ਮਸਲੇ ਸਾਡੇ ਹੱਲ ਹੋਣੇ ਚਾਹੀਦੇ ਆ ਜੀ। ਧੰਨਵਾਦ। ਤੇ ਉਹਨਾਂ ਦੇ ਨਾਲ ਸਾਰੇ ਸਾਡੇ ਜ਼ਿਲ੍ਹੇ ਦੇ ਸਰਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਗੱਲਾਂ ਤਾਂ ਬਹੁਤ ਕਰਨ ਵਾਲੀਆਂ ਆ ਪਰ ਸਮੇਂ ਨੂੰ ਦੇਖਣਾ ਪੈਂਦਾ ਕਿਉਂਕਿ ਜੋ ਹਾਲਾਤ ਪਿਛਲੇ 5 ਸਾਲਾਂ ਦੇ ਵਿੱਚ ਕਾਂਗਰਸ ਨੇ ਕਰਤਾ ਕਿਉਂਕਿ ਟਰਾਂਸਪੋਰਟ ਤਾਂ ਬਿਲਕੁਲ ਖਤਮ ਹੀ ਕਰਤੀ। ਪੰਜਾਬ 'ਚ ਕਾਂਗਰਸ ਨੇ ਕੀਤਾ, ਸੈਂਟਰ ਦੇ ਵਿੱਚ ਬੀਜੇਪੀ ਨੇ ਕਰ ਦਿੱਤਾ। ਉਹਨਾਂ ਨੇ ਡੀਜ਼ਲ ਇੰਨਾ ਚੱਕਦਾ ਕਿ ਕਿਸਾਨ ਜਾਂ ਕੋਈ ਵੀ ਬੰਦਾ ਆਮ ਜਿਹੜੇ ਵਪਾਰੀ ਆ ਜਾਂ ਕੋਈ ਮੋਟਰਸਾਈਕਲ ਸਕੂਟਰ ਵਾਲੇ ਬੰਦੇ ਵੀ ਜਾਂਦੇ ਆਪਣੇ ਕੰਮ ਤੇ ਉਹਨਾਂ ਨੂੰ ਪੈਟਰੋਲ ਪਾਉਣਾ ਡੀਜ਼ਲ ਪਾਉਣਾ ਬਹੁਤ ਮਹਿੰਗਾ ਹੋ ਗਿਆ। ਕਿਉਂਕਿ ਸਾਰੀਆਂ ਗੱਲਾਂ ਅਸੀਂ ਕਰੀਏ ਕੈਪਟਨ ਸਾਹਿਬ ਨੇ ਬਹਿੰਦੇ ਹੀ ਜਿਹੜੀ ਟਰਾਂਸਪੋਰਟ ਸੀ ਉਹਦੀ ਇਹਨਾਂ ਨੇ ਸਾਰਾ ਤੋੜ ਕੇ ਸੁਸਾਇਟੀਆਂ ਬਣਾ ਦਿੱਤੀਆਂ। ਚਲੋ ਸੁਸਾਇਟੀਆਂ ਚੱਲਦੀਆਂ ਰਹੀਆਂ। ਬਾਕੀ ਹਲਕੇ ਦੇ ਜਿੰਨੇ ਐਮਐਲਏ ਆ ਤੁਸੀਂ ਕਿਸੇ ਵੀ ਇਲਾਕੇ 'ਚ ਚਲ ਜਾਓ ਉਹ ਕਹਿੰਦੇ ਹੁੰਦੇ ਸੀ ਵੀ ਪ੍ਰਧਾਨ ਜਿਹੜਾ ਸਾਨੂੰ ਅਕਾਲੀ ਦਲ ਦਾ ਨਹੀਂ ਚਾਹੀਦਾ ਕਾਂਗਰਸ ਦਾ ਚਾਹੀਦਾ। ਉਹਨਾਂ ਨੇ ਬੜੇ ਪ੍ਰਧਾਨਾਂ ਨਾਲ ਧੱਕੇ ਕੀਤੇ। ਚਲੋ ਸਮਾਂ ਲੰਘ ਗਿਆ ਫਿਰ 2 ਮਹੀਨੇ ਪਰ ਪਰਮਾਤਮਾ ਦੀ ਇੰਨੀ ਕਿਰਪਾ ਰਹੀ ਆ ਵਧੀਆ ਤਰੀਕੇ ਨਾਲ ਅਸੀਂ ਟੈਕਲ ਕਰ ਲਿਆ ਇੱਥੇ। ਚਲੋ ਕੋਟਾਂ ਕਚਹਿਰੀਆਂ 'ਚ ਜਾਂਦੇ ਰਹੇ ਸਾਰਾ ਕੁਝ ਹੁੰਦਾ ਰਿਹਾ। मैं हमेशा मतलब मैं आसान मानदा इस गल्लों क्योंकि दुकानदार हैगे तुसीं काम छड्ड के शर्मा जी नूं सुनन आए हैं। मैं दिलों धन्नवाद हाँ और हमेशा कोशिश करांगे कि तुहाडे हर दुख सुख दे विच जिहड़ा हैगा शामिल रहांगे। परमात्मा तुहानूं चढ़दी कला च रखे, व्यापार तुहाडा वधावे। जिद्दां शर्मा जी ने दस्सिया जे इदां ही सारियां ही पॉलिसीज़ आ जाण
ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਜਾਵੇ ਤਾਂ ਤੁਸੀਂ ਯਕੀਨ ਮੰਨੋ ਕੋਈ ਕਮੀ ਨਹੀਂ ਰਹਿਣੀ ਹੈਗੀ, ਕਿਸੇ ਗੱਲੋਂ ਕੋਈ ਪ੍ਰੋਬਲਮ ਨਹੀਂ ਰਹਿਣੀ ਹੈਗੀ। ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ। ਸਾਰੀ ਦੀ ਟੀਮ ਤੇ ਮੇਰੇ ਮੂਹਰੇ ਰੱਬ ਵਰਗੇ ਮੇਰੇ ਵਪਾਰੀ ਵੀਰ, ਵੋਟਰ ਸਪੋਰਟਰ ਸਾਰੇ ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਲਾਲੀ ਜੀ ਪ੍ਰਧਾਨ ਜੀ ਉਹਨਾਂ ਨੇ ਦੱਸਿਆ ਟਰਾਂਸਪੋਰਟ ਦਾ ਜਿਹੜਾ ਪੱਠਾ ਇਸ ਰਾਜਾ ਬੜਿੰਗ ਨੇ ਆਂਦਿਆ ਬਿਠਾਤਾ, ਉਹ ਤਾਂ ਮੇਰਾ ਖਿਆਲ ਨਹੀਂ ਕਦੀ ਪੂਰਾ ਹੋਇਆ। ਮੈਂ ਜ਼ਿਆਦਾ ਲੰਮਾ ਸਮਾਂ ਨਹੀਂ ਲੈਣਾ ਕਿਉਂਕਿ ਪਾਰਟੀ ਨੇ ਜ਼ਿੰਮੇਵਾਰੀ ਬਖਸ਼ੀ ਆ। ਮੈਂ ਦੁਆਬੇ ਦੀ ਪ੍ਰਧਾਨਗੀ 8 ਸਾਲ ਤੋਂ ਕਰ ਰਿਹਾ, BC ਬਿੰਗ ਦੀ ਅਲੱਗ-ਅਲੱਗ ਹਲਕਿਆਂ 'ਚ ਜਾਣਾ, ਦੇਖਿਆ ਕਿ ਬੱਸਾਂ ਦੇ ਨਾਂ ਤੇ ਜੋ ਇਸ ਟਾਈਮ ਰਾਜਾ ਬੜਿੰਗ ਕਰ ਰਿਹਾ ਉਹ ਕਦੀ ਵੀ ਕਿਸੇ ਸਰਕਾਰ ਨੇ ਨਹੀਂ ਕੀਤਾ, ਕਾਂਗਰਸ ਦੇ ਵੀ ਕਿਸੇ ਮੰਤਰੀ ਨੇ ਨਹੀਂ ਕੀਤਾ। ਬਾਲ ਸਾਹਿਬ ਦਾ ਨਾਮ ਲੈ ਕੇ, ਹੋਰ ਬੱਸਾਂ ਦਾ ਨਾਮ ਲੈ ਕੇ, ਜਿੱਥੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਛੋਟੇ ਤੋਂ ਛੋਟਾ ਆਦਮੀ ਉਸ ਦਾ ਬਿਜ਼ਨਸ ਤਬਾਹ ਕਰਨ ਤੇ ਲੱਗਾ ਹੋਇਆ, ਪਰ ਦੂਸਰੇ ਪਾਸੇ ਨੁਕਸਾਨ ਕਿਹਨਾਂ ਦਾ ਹੋ ਰਿਹਾ। ਕੱਲ ਨਵਾਂ ਸ਼ਹਿਰ ਅੱਡੇ ਦੇ ਵਿੱਚ RTA ਬਰਾੜ, ਸੁਖਵਿੰਦਰ ਬਰਾੜ, ਜਿਸ ਨੇ ਪਾਰਟੀਕੂਲਰ ਸਾਡੀਆਂ ਬੱਸਾਂ ਕੇ ਬੰਦ ਕੀਤੇ ਕਿਉਂਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਦੁਆਬੇ ਦੇ ਪ੍ਰਧਾਨ, ਹੋਰ ਕਾਂਗਰਸੀ ਕਿਸੇ ਦੀ ਬੱਸ ਨਹੀਂ ਬੰਦ ਕੀਤੀ। ਅਸੀਂ ਉੱਥੇ ਵੀ ਕਿਹਾ ਔਰ ਅੱਜ ਇਸ ਮੰਚ ਤੋਂ ਵੀ ਕਹਿੰਦੇ ਆ, ਜੇਕਰ ਰਾਜਾ ਬੜਿੰਗ ਔਰ ਉਹਦੇ ਟਰਾਂਸਪੋਰਟ ਮਹਿਕਮੇ ਦੇ ਲੱਤਾਂ ਦੇ ਵਿੱਚ ਜਾਨ ਹੈ, ਕਰਤਾਰ ਬੱਸ ਚੱਲਦੀ ਹੈਨਰੀ ਦੀ, ਕਰੋੜਾਂ ਰੁਪਿਆਂ ਦੇ ਟੈਕਸ ਪੈਂਡਿੰਗ ਹੈ, ਐਕਸਪ੍ਰੈਸ ਚੱਲ ਰਹੀ ਹੈ, ਹੋਰ ਬੱਸਾਂ ਚੱਲ ਰਹੀਆਂ, ਉੱਥੇ ਕਾਨੂੰਨ ਕਿੱਥੇ ਗਏ? ਫੜ ਦੀਆਂ ਬਾਲ ਸਾਹਿਬ ਦੀਆਂ ਬੱਸਾਂ, ਫੜ ਲਈਆਂ ਸਾਡੇ ਪ੍ਰਧਾਨਾਂ ਦੀਆਂ ਬੱਸਾਂ। ਸੋ ਬਹੁਤ ਗਲਤ ਗੱਲ ਹੈ, ਸਮਾਂ ਨੇੜੇ ਆ ਵੀਰੋ। ਅੱਜ ਇੱਥੋਂ ਇੱਕ ਸੇਧ ਲੈ ਕੇ ਜਾਣੀ, ਸਾਡੇ ਆਗੂ ਬੈਠੇ। ਜੇਕਰ ਸੂਬੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਦੀ ਸਰਕਾਰ ਬਣ ਗਈ, ਜੋ ਇਹਨਾਂ ਨੇ ਕੋਤਾਹੀ ਵਰਤੀ ਹੈ ਉਸ ਦਾ ਮੂੰਹ ਤੋੜ ਜਵਾਬ ਤੁਹਾਡੀਆਂ ਵੋਟਾਂ ਨੇ ਦੇਣਾ। SC ਸਮਾਜ, BC ਸਮਾਜ, ਅਸੀਂ ਤਾਂ 70% ਵਾਲੇ ਨਾਲ ਤੁਰ ਪਏ ਆ। ਤੁਹਾਡਾ ਸਹਿਯੋਗ ਚਾਹੀਦਾ ਜਨਰਲ ਦਾ ਥੋੜਾ, ਤੇ ਸਮਾਂ ਨੇੜੇ ਆ। ਆਪਾਂ ਇੱਕ ਵੋਟ ਭਗਤਾ ਕੇ ਆਪਣਾ ਪੂਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਡਾਇਰੈਕਸ਼ਨ ਤੇ ਅਸੀਂ ਸਾਰੇ ਪੰਜਾਬ 'ਚ ਵਪਾਰੀਜ਼ ਔਰ ਟਰੇਡਰਸ ਦੀ ਜਿਹੜੀ ਪ੍ਰੋਬਲਮ ਸੁਣ ਰਹੇ ਹਾਂ, ਸੁਣ ਕੇ ਉਹਨਾਂ ਦੇ ਹੱਲ ਵਾਸਤੇ ਅਸੀਂ ਮੈਨੀਫੈਸਟੋ ਤਿਆਰ ਕਰ ਰਹੇ ਹਾਂ। ਅੱਜ ਮੈਂ ਇੱਥੇ ਨਵਾਂ ਸ਼ਹਿਰ 'ਚ ਸਰਦਾਰ ਛੱਤਰ ਸਿੰਘ ਜੀ, ਸਾਡੇ ਸ਼੍ਰੋਮਣੀ ਅਕਾਲੀ ਦਲ BSP ਦੇ ਉਮੀਦਵਾਰਾਂ, ਔਰ ਸਾਡੇ ਬਹੁਤ ਸੀਨੀਅਰ ਲੀਡਰ ਜਰਨੈਲ ਸਿੰਘ ਜੀ ਬਾਦ ਸਾਹਿਬ ਵੀ ਮੇਰੇ ਨਾਲ ਇੱਥੇ ਵਪਾਰੀਆਂ ਨੂੰ ਮਿਲਣ ਵਾਸਤੇ ਆਏ ਹਾਂ। ਸੋ ਜੋ ਜੋ ਅੱਜ ਤੱਕ ਵਪਾਰੀਆਂ ਵਾਸਤੇ ਕਰਿਆ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕੀਤਾ ਹੈ। ਪੰਜਾਬ ਦੇ ਅੰਦਰ ਤੁਸੀਂ ਦੇਖੋ ਵੀ ਅਸੀਂ ਵਪਾਰੀਆਂ ਵਾਸਤੇ ਇੱਕ ਮੁਫਤ ਸਕੀਮ ਲੈ ਕੇ ਆਏ ਨੇ। ਇਸ ਫੈਕਟਰੀ ਰਾਜ ਤੋਂ ਆਜ਼ਾਦੀ ਸਾਡੀ ਸਰਕਾਰ 'ਚ ਵਪਾਰੀਆਂ ਨੂੰ ਦਵਾਈ ਸੀ। ਹੈਲਥ ਇੰਸ਼ੋਰੈਂਸ ਸਕੀਮ ਅਸੀਂ ਵਪਾਰੀਆਂ ਦੀ ਲੈ ਕੇ ਆਏ ਸੀ, ਦੁਕਾਨਾਂ ਦੀ ਇੰਸ਼ੋਰੈਂਸ ਅਸੀਂ ਲੈ ਕੇ ਆਏ ਸੀ, ਔਰ ਪੰਜਾਬ 'ਚ ਟ੍ਰੇਡ ਐਂਡ ਵਪਾਰ ਨੂੰ ਪ੍ਰਫੁੱਲਤ ਕਰਨ ਵਾਸਤੇ ਜਿਹੜਾ ਮਾਹੌਲ ਆ, ਬੈਸਟ ਇਨਫਰਾਸਟ੍ਰਕਚਰ ਸਟੇਟ ਦਾ ਅਵਾਰਡ ਸਾਡੀ ਸਰਕਾਰ ਨੂੰ ਮਿਲਿਆ ਸੀਗਾ, ਬੈਸਟ ਇਲੈਕਟ੍ਰਿਸਿਟੀ ਡਿਸਟ੍ਰੀਬਿਊਸ਼ਨ ਦਾ ਅਵਾਰਡ ਸਾਡੀ ਸਰਕਾਰ ਨੂੰ ਮਿਲਿਆ ਸੀਗਾ, ਈਜ਼ ਟੂ ਡੂ ਬਿਜ਼ਨਸ ਤੇ ਨੰਬਰ 1 ਤੇ ਅਸੀਂ ਸੀਗੇ। ਪਰ ਆ 5 ਸਾਲਾਂ 'ਚ ਇਹ ਸਰਕਾਰ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿਆ। ਨਾ ਕੋਈ ਨਵੀਂ ਸੜਕ ਬਣੀ, ਨਾ ਕੋਈ 에ਅਰਪੋਰਟ ਬਣਿਆ, ਨਾ ਨਵਾਂ ਕੋਈ ਫੋਕਲ ਪੁਆਇੰਟ ਬਣਿਆ। ਅਸੀਂ IT ਸਿਟੀ, ਮੈਡੀ ਸਿਟੀ, ਐਜੂਕੇਸ਼ਨ ਸਿਟੀ, ਸਾਈਕਲ ਵੈਲੀ ਵਰਗੇ ਕਿੰਨੇ ਫੋਕਲ ਪੁਆਇੰਟ ਬਣਾਏ ਸੀਗੇ ਤਾਂ ਕਿ ਬੱਚਿਆਂ ਨੂੰ ਰੁਜ਼ਗਾਰ ਮਿਲੇ। ਸੋ ਪੰਜਾਬ ਦੀ ਇਕਨੋਮੀ ਜਿਹੜੀ ਹੈ, ਮੈਂ ਕਹਿ ਸਕਦਾ ਇਸ ਸਰਕਾਰ ਨੇ ਤਬਾਹ ਕਰ। ਸਭ ਤੋਂ ਜਿਹੜੀ ਡੇਂਜਰਸ ਗੱਲ ਇਹ ਆ ਵੀ ਕੇਂਦਰ ਨੇ ਕਮਿਟਮੈਂਟ ਕਰੀ ਸੀਗੀ ਵੀ ਹਰ ਸਾਲ 14% ਇਨਕਰੀਜ਼ ਦੇਵਾਂਗੇ। ਉਹ ਕਮਿਟਮੈਂਟ ਇਸ ਸਾਲ, ਇਸ ਫਾਈਨਾਂਸੀਅਲ ਈਅਰ 'ਚ ਖਤਮ ਹੋ ਜਾਣੀ ਹੈ। 18,000 ਕਰੋੜ ਰੁਪਈਆ ਰੈਵਨਿਊ ਡੈਫਿਸਿਟ ਆ ਜਿਹੜਾ ਸੈਂਟਰਲ ਗਵਰਨਮੈਂਟ ਨੇ ਜਿਹੜਾ ਕਿ ਕੰਪਨਸੇਟ ਕਰਿਆ, ਅਗਲੇ ਸਾਲ 'ਚ ਉਹ ਮਿਲਣਾ ਨਹੀਂ। ਸੋ 18,000 ਕਰੋੜ ਰੁਪਏ ਦਾ ਜਿਹੜਾ ਘਾਟਾ ਆ ਉਹ ਕਿਸ ਤਰ੍ਹਾਂ ਪੂਰਾ ਕਰਨਾ, ਨਾ ਦਾ ਦਿੱਲੀ ਵਾਲਾ ਕੇਜਰੀਵਾਲ ਦੱਸ ਰਿਹਾ, ਨਾ ਕਾਂਗਰਸ ਸਰਕਾਰ ਦੱਸ ਰਹੀ ਆ। ਨਵੀਂ ਸਕੀਮਾਂ ਲਾਂਚ ਕਰੀ। ਸੋ ਬਾਦਲ ਸਾਹਿਬ ਨੇ ਪੰਜਾਬ ਦੀ ਇਕਨੋਮੀ ਬਾਰੇ, ਅਸੀਂ ਕੋਈ ਵੀ ਕਮਿਟਮੈਂਟ ਕਰਦੇ ਹਾਂ ਪਹਿਲਾਂ ਇਕਨੋਮੀ ਤੇ ਬਕਾਇਦਾ ਗਰਾਊਂਡ ਵਰਕ ਕਰਕੇ ਉਸ ਤੋਂ ਬਾਅਦ ਅਨਾਉਂਸਮੈਂਟ ਕਰਦੇ ਹਾਂ। ਔਰ ਪੰਜਾਬ 'ਚ ਜਿੰਨੇ ਵਾਅਦੇ ਕਰੇ, ਆਟਾ ਦਾਲ ਸਕੀਮ, ਸ਼ਗਨ ਸਕੀਮ, ਬਿਜਲੀ ਦੇ ਬਿੱਲ ਮਾਫ, ਹਰ ਚੀਜ਼ ਬਾਦਲ ਸਾਹਿਬ ਨੇ ਅਨਾਉਂਸ ਵੀ करे और लागू। समा साहब कैप्टन साहब नई पार्टी बना रहे हैं, की कहना चाहते बीजेपी ਨਾਲ ਜੁਆਇਨ ਕਰ ਰਹੇ ਹੋ, ਕੀ ਕਹਿਣਾ ਚਾਹੋਗੇ? ਤੁਸੀਂ ਦੇਖੋ, ਪਹਿਲੀ ਗੱਲ ਤਾਂ ਜੋ ਅਸੀਂ 2 ਸਾਲਾਂ ਤੋਂ ਕਹਿ ਰਹੇ ਹਾਂ, ਅੱਜ ਕਾਂਗਰਸ ਦੇ ਪ੍ਰਧਾਨ ਨੇ ਉਹ ਗੱਲ ਕਹਿਤੀ, ਮਤਲਬ ਬਿੱਲੀ ਥੈਲੇ ਤੋਂ ਬਾਹਰ ਆ ਗਈ। ਅੱਜ ਨਵਜੋਤ ਸਿੰਘ ਸਿੱਧੂ ਦੀ ਸਟੇਟਮੈਂਟ ਆ ਵੀ ਅਮਰਿੰਦਰ ਸਿੰਘ ਆ ਜਿਹੜੇ ਤਿੰਨੇ ਕਾਲੇ ਕਾਨੂੰਨ ਲਾਗੂ ਕਰੇ ਆ ਉਹਨਾਂ ਦੇ ਜਨਮਦਾਤਾ ਹੈ, ਔਰ ਬੀਜੇਪੀ ਨਾਲ ਰਲ ਕੇ ਇਲੈਕਸ਼ਨ ਲੜਨ ਦੀ ਗੱਲ ਕਰ ਰਹੇ, ਉਹਦੇ ਤੇ ਸਟੈਂਪਿੰਗ ਵੀ ਹੋ ਗਈ। ਅਸੀਂ ਪਹਿਲੇ ਦਿਨ ਕਹਿੰਦੇ ਤੇ
ਅਮਰਿੰਦਰ ਸਿੰਘ ਜਨਮਦਾਤਾ ਨਹੀਂ, ਇਹਨਾਂ ਕਾਲੇ ਕਾਨੂੰਨਾਂ ਦੀ ਜਨਮਦਾਤਾ ਸੋਨੀਆ ਗਾਂਧੀ ਹੈ। ਉਹਨਾਂ ਨੇ ਜੈਟ ਸਮਝੌਤਾ ਲਾਗੂ ਕਰਿਆ। ਉਸ ਤੋਂ ਬਾਅਦ ਮਨਮੋਹਨ ਸਿੰਘ ਦੇ ਟਾਈਮ ਤੇ ਲੋਕ ਸਭਾ 'ਚ ਤਿੰਨੇ ਬਿੱਲ ਉਹੀ ਲੈ ਕੇ ਆਏ। ਉਸ ਤੋਂ ਬਾਅਦ ਤੁਸੀਂ ਦੇਖੋ ਵੀ ਹਾਈ ਪਾਵਰਡ ਕਮੇਟੀ ਮੋਦੀ ਨੇ ਬਣਾਈ, ਉਹਦਾ ਮੈਂਬਰ ਅਮਰਿੰਦਰ ਸਿੰਘ ਤਾਂ, ਔਰ ਉਹਨਾਂ ਮੀਟਿੰਗਾਂ 'ਚ ਮਨਪ੍ਰੀਤ ਸਿੰਘ ਬਾਦਲ ਕੰਟੀਨਿਊ ਜਾਂਦਾ ਰਿਹਾ ਔਰ ਉਸ ਕਮੇਟੀ ਨੇ ਇਹਨੂੰ ਰਿਕਮੈਂਡ ਕਰੀ। ਕੱਲਾ ਅਮਰਿੰਦਰ ਸਿੰਘ ਦੀ ਜ਼ਿੰਮੇਵਾਰੀ ਥੋੜੀ ਆ। ਅਮਰਿੰਦਰ ਸਿੰਘ ਨੂੰ ਸੀਐਮ ਬਣਾਇਆ ਉਹਨਾਂ ਹੀ ਐਮਐਲਏ ਨੇ ਜਿਨ੍ਹਾਂ ਨੇ ਅੱਜ ਚੰਨੀ ਨੂੰ ਬਣਾਇਆ। ਉਹੀ ਕੈਬਨਿਟ ਅਮਰਿੰਦਰ ਸਿੰਘ ਦੀ ਫੈਸਲੇ ਕਰਦੀ ਰਹੀ ਜਿਸ ਕੈਬਨਿਟ ਦਾ ਮੈਂਬਰ ਅੱਜ ਦਾ ਸੀਐਮ ਚੰਨੀ ਸੀਗਾ। ਸੋ ਜੇ ਅਮਰਿੰਦਰ ਸਿੰਘ ਜ਼ਿੰਮੇਵਾਰ ਆ ਤਾਂ ਜਿਹੜੀ ਕੈਬਨਿਟ ਅੱਜ ਬਣੀ ਹੋਈ ਆ ਉਹਦੇ ਵਜ਼ੀਰ ਬਰਾਬਰ ਦੇ ਜ਼ਿੰਮੇਵਾਰ ਆ। ਸਭ ਤੋਂ ਪਹਿਲਾਂ ਅਸਤੀਫਾ ਮਨਪ੍ਰੀਤ ਬਾਦਲ ਨੂੰ ਦੇਣਾ ਚਾਹੀਦਾ, ਫਿਰ 6-7 ਜਿਹੜੇ ਬਾਕੀ ਮੰਤਰੀ ਉਹਨਾਂ ਨੂੰ ਦੇਣਾ ਚਾਹੀਦਾ, ਔਰ ਪੰਜਾਬੀਆਂ ਤੋਂ ਮਾਫੀ ਮੰਗਣੀ ਚਾਹੀਦੀ ਆ ਕਾਂਗਰਸ ਨੂੰ ਵੀ ਇਹ 3 ਕਾਲੇ ਕਾਨੂੰਨ ਲਾਉਣ 'ਚ ਸਾਡਾ ਬਹੁਤ ਵੱਡਾ ਰੋਲ ਆ, ਫਿਰ ਲੋਕਾਂ 'ਚ ਜਾ ਸਕਦੇ ਆ। समय तुझे क्या है कि केजरीवाल 300 यूनिट बिजली फ्री देंगे, बादल साहब ने कहा कि मैं 400 यूनिट देंगे, वो कितना देंगे फिर? ਬਾਦਲ ਸਾਹਿਬ ਨੇ ਦੇਖੋ ਸਭ ਤੋਂ ਪਹਿਲਾਂ ਵਾਅਦਾ ਮੋਟਰਾਂ ਦੇ ਬਿੱਲ ਮਾਫ ਕਰਨ ਦਾ ਦਿਆ ਸੀ। 6000 ਕਰੋੜ ਰੁਪਏ ਸਬਸਿਡੀ ਬਣਦੀ ਹੈ ਉਹਦੀ, ਬਾਦਲ ਸਾਹਿਬ ਨੇ ਦਿੱਤਾ। 200 ਯੂਨਿਟ ਐਸਸੀ ਬੀਸੀ ਪਰਿਵਾਰਾਂ ਦੇ ਕਿਹਾ ਸੀਗਾ, ਬਾਦਲ ਸਾਹਿਬ ਨੇ ਮਾਫ ਕਰੇ। ਆਟਾ ਦਾਲ ਸਕੀਮ ਕਿਹਾ ਸੀਗਾ, ਬਾਦਲ ਸਾਹਿਬ ਨੇ ਲਾਗੂ ਕੀਤੀ। ਪੂਰੇ ਇੰਡੀਆ 'ਚ ਸਭ ਤੋਂ ਘੱਟ 2 ਰੁਪਏ 86 ਪੈਸੇ ਯੂਨਿਟ ਬਿਜਲੀ ਥਰਮ ਪਲਾਂਟਾਂ ਦੇ ਐਗਰੀਮੈਂਟ ਕਰੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੇ। ਜੇ ਜੋ ਕਮਿਟਮੈਂਟਾਂ ਕਰੀਆਂ ਸੀ, ਸਾਡਾ ਪਾਸਟ ਰਿਕਾਰਡ ਦੱਸਦਾ ਕਿ ਸ਼੍ਰੋਮਣੀ ਅਕਾਲੀ ਦਲ ਹੀ, ਕਿਉਂਕਿ ਅਸੀਂ ਬਕਾਇਦਾ ਬੈਠ ਕੇ ਆਫਿਸ ਵਰਕ ਕਰਕੇ ਅਨਾਉਂਸਮੈਂਟ ਕਰਦੇ ਹਾਂ, ਅਸੀਂ ਉਹ ਲਾਗੂ ਕਰ ਸਕਦੇ ਹਾਂ। ਆ ਕੇਜਰੀਵਾਲ 300 ਯੂਨਿਟ ਕਹਿ ਰਿਹਾ ਨਾ, ਦਿੱਲੀ ਦਾ ਇੱਕ ਬਿੱਲ ਆਮ ਆਦਮੀ ਪਾਰਟੀ ਆਮ ਬੰਦੇ ਦਾ ਦਿਖਾ ਦੇਣ ਜਿਹਦੇ 300 ਯੂਨਿਟ ਮਾਫ ਕਰੇ ਹੋਣ। ਕੇਜਰੀਵਾਲ ਕਹਿੰਦਾ ਹੈਗਾ ਵੀ ਅਸੀਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦੇ ਦੇਵਾਂਗੇ, ਇੱਕ ਬੰਦੇ ਦਾ ਦਿਖਾ ਦੇਣ ਜਿਨ੍ਹਾਂ ਨੂੰ ਭੱਤਾ ਮਿਲਿਆ ਹੋਵੇ। ਕਹਿੰਦਾ 17000 ਕਲੀਨਿਕ ਬਣਾਵਾਂਗੇ ਜੇ 1700 ਹੀ ਦਿੱਲੀ 'ਚ ਬਣੇ ਹੋਣ। ਸੋ ਝੂਠੇ ਵਾਅਦੇ। ਹੁਣ ਅਮਰਿੰਦਰ ਸਿੰਘ ਨੇ 90000 ਕਰੋੜ ਰੁਪਏ ਦੀ ਕਮਿਟਮੈਂਟ ਕਰੀ ਸੀ ਪੰਜਾਬੀਆਂ ਨਾਲ ਕਰਜ਼ਾ ਮਾਫੀ ਦੀ, ਤੇ ਹੋਇਆ 5% ਵੀ ਨਹੀਂ। ਹਰ ਘਰ ਨੌਕਰੀ ਦੀ ਗੱਲ ਕਰੀ ਸੀ, ਕਿਸੇ ਇੱਕ ਨੂੰ ਵੀ ਨਹੀਂ ਮਿਲਿਆ। ਸ਼ਗਨ ਸਕੀਮ 51000 ਦੀ ਗੱਲ ਕਰੀ ਸੀ, ਅੱਜ ਤੱਕ ਨਹੀਂ ਮਿਲਿਆ। ਪੈਨਸ਼ਨ 2100 ਦੀ ਗੱਲ ਕਰੀ ਸੀ, ਅੱਜ ਤੱਕ ਵੀ ਨਹੀਂ ਮਿਲੀ। ਸੋ ਇਹ ਝੂਠੇ ਵਾਅਦੇ ਕਰਨ ਵਾਲੇ ਲੋਕ ਆ। ਪੰਜਾਬੀਆਂ ਦੀ ਅਸਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ, ਵਪਾਰੀ ਦੀ, ਕਰਮਚਾਰੀ ਦੀ, ਦੁਕਾਨਦਾਰ ਦੀ, ਕਿਸਾਨ ਦੀ। ਅਸੀਂ ਕਮਿਟਮੈਂਟਾਂ ਪੂਰੀਆਂ पंजाब में चलिए चन्नी जरा बिजली बिल माफ कर रहे हैं 2 किलोवाट का, एक ही तरह का पूरा होएगा। 6000 ਕਰੋੜ ਰੁਪਇਆ ਬਿਜਲੀ ਬੋਰਡ ਦਾ ਦੇਣਾ ਪੰਜਾਬ ਸਰਕਾਰ ਨੇ। 1700 ਕਰੋੜ ਰੁਪਏ ਇਹ ਚੜ ਜਾਣਾ। ਪਹਿਲਾਂ ਤਾਂ ਪਿਛਲਾ ਜਿਹੜਾ ਕਲੀਅਰ ਕਰੇ ਬਿਜਲੀ ਬੋਰਡ ਦਾ। ਅਸਲ 'ਚ ਪਤਾ ਕਿਆ ਜੀ, ਅਜੇ ਦੇਖੋ ਨੋਟੀਫਿਕੇਸ਼ਨ ਨਹੀਂ ਹੋਈ। ਨੋਟੀਫਿਕੇਸ਼ਨ 30 ਅਕਤੂਬਰ ਤੱਕ ਹੋਣੀ ਆ, ਤੇ ਬਿਜਲੀ ਦਾ ਬਿੱਲ ਕਦ ਆਉਣਾ? 15 ਜਨਵਰੀ ਤੱਕ। 15 ਜਨਵਰੀ ਤੱਕ ਚੰਨੀ ਜੀ ਦੀ ਸਰਕਾਰ ਰਹਿਣੀ ਆ ਕਿਤੇ? ਮੁਲਾਜ਼ਮਾਂ ਦਾ 7000 ਕਰੋੜ ਰੁਪਏ ਟੀਏ ਡੀਏਪੀ ਕਮਿਸ਼ਨ ਏਰੀਅਰ ਪਏ ਆ, ਦੇਣੇ ਕਾਹਦਾ ਗਾ? ਅਗਲੀ ਸਰਕਾਰ 'ਚ। ਅਗਲੀ ਸਰਕਾਰ ਕਾਂਗਰਸ ਦੀ ਬਣ ਰਹੀ ਆ, 15 ਸੀਟਾਂ ਵੀ ਨਹੀਂ ਮਿਲਣੀਆਂ ਉਹਨਾਂ ਨੂੰ। ਸੋ ਇਹ ਤਾਂ ਹੁਣ ਡਰਾਮੇ ਕਰ ਰਹੇ ਆ। ਪੰਜਾਬ ਦੇ ਲੋਕਾਂ ਨੂੰ ਪਤਾ ਵੀ ਜੋ ਵਾਅਦੇ ਕਰ ਰਹੇ ਆ ਕੋਈ ਪੂਰਾ ਹੋਣ ਵਾਲਾ ਨਹੀਂ, ਸਿਰਫ ਡਰਾਮੇ ਕਰ ਰਹੇ। ਸ਼ਰਮਾ ਜੀ, ਜਿੱਦਾਂ ਕਿਹਾ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਨਾਲ ਅਲਾਇੰਸ ਕਰ ਸਕਦੇ ਆ, ਲੇਕਿਨ ਕਿਤੇ ਨਾ ਕਿਤੇ ਖੇਤੀ ਕਾਨੂੰਨ ਜੇ ਪਿੱਛੇ ਹਟਦੇ ਆ ਜਿਹੜੇ ਕਾਮ, ਕਿਆ ਜੇ ਖੇਤੀ ਕਾਨੂੰਨ ਬੀਜੇਪੀ ਪਿੱਛੇ ਹਟਾਉਂਦੀ ਤਾਂ ਅਕਾਲੀ ਦਲ ਦੁਆਰਾ ਬੀਜੇਪੀ ਦੇ ਗਠਬੰਧਨ 'ਚ ਜਾ ਸਕਦਾ ਜਾਂ ਨਹੀਂ ਜਾ ਸਕਦਾ? ਦੇਖੋ ਜੇ ਖੇਤੀ ਕਾਨੂੰਨ ਪਿੱਛੇ ਦੇਖੋ ਹਟ ਸੁਣੋ ਗੱਲ ਸਪਸ਼ਟ ਸ਼ਬਦਾਂ 'ਚ ਸੁਣ ਲਿਓ। 23 ਸਾਲ ਬੀਜੇਪੀ ਨਾਲ ਸਮਝੌਤਾ ਰਿਹਾ, ਪ੍ਰਿੰਸੀਪਲਾਂ ਤੇ ਸਮਝੌਤਾ ਸੀਗਾ, ਹਿੰਦੂ ਸਿੱਖ ਭਾਈਚਾਰਕ ਸਾਂਝ ਮਜ਼ਬੂਤ ਕਰਨ ਵਾਸਤੇ ਫੈਸਲਾ ਸੀਗਾ। ਬੀਜੇਪੀ ਨੇ ਬਹੁਤ ਵੱਡਾ ਧੋਖਾ ਪੰਜਾਬ ਨਾਲ ਕਰਿਆ। 3 ਕਾਲੇ ਕਾਨੂੰਨਾਂ ਤੇ ਸਾਡੀ ਗੱਲ ਨਹੀਂ ਸੁਣੀ, ਅਸੀਂ ਲੋਕ ਸਭਾ 'ਚ ਛੱਡੀ। ਬਿਲਕੁਲ ਕਿਸੇ ਕੀਮਤ ਤੇ ਬੀਜੇਪੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਸਮਝੌਤਾ ਨਹੀਂ। ਜੇ ਕਾਨੂੰਨ ਪਿੱਛੇ ਸਾਡਾ ਸਮਝੌਤਾ ਸ਼੍ਰੋਮਣੀ ਅਕਾਲੀ ਦਲ ਤੇ ਬੀਐਸਪੀ ਦਾ ਹੈਗਾ। ਕਾਨੂੰਨ ਲਾਗੂ ਕਰਨ 'ਚ ਬੀਜੇਪੀ ਤੇ ਅਮਰਿੰਦਰ ਸਿੰਘ ਦਾ ਬਹੁਤ ਵੱਡਾ ਰੋਲ ਸੀਗਾ। ਇਹ ਦੋ ਚੀਜ਼ਾਂ ਤੋਂ ਕਲੀਅਰ ਹੋ ਗਿਆ। ਇੱਕ ਨਵਜੋਤ ਸਿੰਘ ਸਿੱਧੂ ਦੀ ਸਟੇਟਮੈਂਟ, ਤੇ ਦੂਸਰਾ ਜਿਹੜਾ ਅਮਰਿੰਦਰ ਸਿੰਘ ਦਾ ਬੀਜੇਪੀ ਦੇ ਨਾਲ ਅੱਜ ਕੱਲ੍ਹ ਅਲਾਈਅੰਸ ਚੱਲ ਰਿਹਾ। ਸੋ ਦੋਨੇ ਮਿਲ ਕੇ ਪੰਜਾਬ ਨੂੰ ਤਬਾਹ ਕਰ ਦੇਣਾ ਚਾਹੁੰਦੇ ਸੀਗੇ। ਅਸੀਂ ਇਹੋ ਜਿਹੀ ਫਿਲਾਸਫੀ ਤੇ ਜਾਣਾ ਹੀ ਨਹੀਂ। ਬਾਦਲ ਸਾਹਿਬ ਨੇ ਹਿੰਦੂ ਸਿੱਖ ਭਾਈਚਾਰਕ ਸਾਂਝ ਮਜ਼ਬੂਤ ਕਰਨ ਵਾਸਤੇ ਇੱਕ ਡਿਪਟੀ ਸੀਐਮ ਹਿੰਦੂ ਲੀਡਰਸ਼ਿਪ ਤੋਂ ਦੇਣ ਦਾ ਪੰਜਾਬੀਆਂ ਨਾਲ ਵਾਅਦਾ ਕਰਿਆ। ਦੂਸਰਾ ਜਿਹੜਾ ਸਮਾਜਿਕ ਬਰਾਬਰਤਾ ਦੀ ਗੱਲ ਕਰਨ ਵਾਸਤੇ ਐਸਸੀ ਭਾਈਚਾਰੇ ਤੋਂ ਡਿਪਟੀ ਸੀਐਮ ਬਣਾਉਣ ਦਾ ਜਿਹੜਾ ਫੈਸਲਾ ਉਹਨਾਂ ਨੇ ਕਰਿਆ, ਇਹੀ ਭਾਈਚਾਰਕ ਸਾਂਝ ਦਾ ਸੰਤੁਲਨ ਪੈਦਾ ਕਰਨ ਵਾਸਤੇ ਕਰਿਆ। ਜਦੋਂ ਬੀਜੇਪੀ ਨਾਲ ਪਹਿਲਾਂ ਸਮਝੌਤਾ ਹੋਇਆ ਉਸ ਟਾਈਮ ਕੋਈ ਉਹਨਾਂ ਦੀ ਵੋਟ ਥੋੜੀ ਸੀਗੀ ਪੰਜਾਬ 'ਚ। ਇੱਕ ਮੈਸੇਜ ਦੇਣਾ ਸੀਗਾ ਕਿ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਕਾਇਮ ਕਰਨ ਵਾਸਤੇ ਸਾਡਾ ਇਹ ਸਮਝੌਤਾ ਜ਼ਰੂਰੀ ਹੈ। ਜਦੋਂ ਉਹਨਾਂ ਨੇ ਪੰਜਾਬ ਨਾਲ ਠੱਗੀ ਮਾਰੀ ਸੀ
ਇਹੀ ਕਰਦੇ ਨੇ ਵੀ ਜੇ ਤੁਸੀਂ ਸਾਰੀਆਂ ਜੋ ਕੁਝ ਅੱਜ ਤੱਕ ਜੇ ਆਪਾਂ ਡਿਟੇਲ 'ਚ ਜਾਈਏ ਜੋ ਕੁਝ ਪੰਜਾਬ 'ਚ ਕੋਈ ਡਿਵੈਲਪਮੈਂਟ ਕੋਈ ਨਵੀਂ ਸਕੀਮ ਆਈ ਆ ਉਦੋਂ ਆਈ ਆ ਜਦੋਂ ਸ਼੍ਰੋਮਣੀ ਅਕਾਲੀ ਦਲ ਪਾਵਰ 'ਚ ਆਈ ਆ। ਸ਼ੁਰੂ ਤੋਂ ਲੈ ਲਾ 1972-73 ਤੋਂ ਫੋਕਲ ਪੁਆਇੰਟਾਂ ਤੋਂ ਲੈ ਕੇ ਹੁਣ ਤੱਕ ਜੋ ਸਕੀਮਾਂ ਜਿੰਨੀਆਂ ਵੀ ਆਈਆਂ। ਸੋ ਕਾਂਗਰਸ ਨੇ ਇੱਕ ਸਕੀਮ ਵੀ ਜਿਹੜੀ ਲਿਆਂਦੀ ਹੋਵੇ ਆ ਕੇ ਸਾਨੂੰ ਦੱਸ ਦੇਣ। ਤੇ ਇਹ ਡਿਟੇਲ ਐਡੀ ਲੰਬੀ ਚੌੜੀ ਹੈਗੀ ਆ ਜਿਹੜਾ ਕਿ ਮੈਂ ਸਮਝਦਾ ਜੇ ਗੁਰਨ ਲੱਗੀ ਆਪਾਂ ਸਾਡੇ ਜੋ ਕੰਮ ਕੀਤੇ ਨੇ ਤੇ ਇਹ ਮੁੱਕ ਨਹੀਂ ਸਕਦੇ। ਉਧਰ ਇੱਥੇ ਜਿਹੜਾ ਕਾਂਗਰਸ ਵਾਲਿਆਂ ਦਾ ਹਾਲ ਇਹ ਆ ਵੀ ਇਹਨਾਂ ਨੇ ਤਾਂ ਇੱਕ ਦੂਜੇ ਨੂੰ ਠਿੱਬੀ ਲਾਉਣ ਤੋਂ ਬਿਨਾਂ ਜਾਂ ਕਰਪਸ਼ਨ ਕਰਨ ਤੋਂ ਬਿਨਾਂ, ਮੈਂ ਗੱਲ ਕਰ ਰਿਹਾ ਸੀ ਸ਼ਰਮਾ ਜੀ ਨਾਲ, ਮੈਂ ਕਿਹਾ ਸਾਡੇ ਐਮਐਲਏ ਨੇ ਤੇ ਬਹੁਤ ਕਰਪਸ਼ਨ ਕੀਤੀ ਆ, ਹਰ ਪੱਖ ਤੋਂ ਕੀਤੀ ਆ। ਉਹ ਤੋਂ ਬਾਅਦ ਮਾਈਨਿੰਗ ਕੀਤੀ ਆ, ਸਾਰਾ ਕੁਝ ਗਲਤ ਇਲੀਗਲ ਮਾਈਨਿੰਗ ਕੀਤੀ ਆ। ਤੇ ਇਹ ਕਹਿੰਦਾ ਵੀ ਇਹਨਾਂ ਨੇ ਇਕੱਲਿਆਂ ਨਹੀਂ, ਸਾਰੇ ਜਿੰਨੇ ਇਹਨਾਂ ਦੇ ਐਮਐਲਏ ਆ ਸਾਰਿਆਂ ਨੇ ਕੀਤੀ ਆ, ਮਿਨਿਸਟਰ ਆ ਸਾਰਿਆਂ ਨੇ ਕੀਤੀ ਆ। ਸੋ ਇਸ ਲਈ ਮੈਂ ਸਮਝਦਾ ਪਈ ਇਹਨਾਂ ਨੇ ਸਾਰੀ ਡਿਟੇਲ ਦੱਸ ਦਿੱਤਾ ਤੁਹਾਨੂੰ। ਤੇ ਇਸ ਕਰਕੇ ਅਸੀਂ ਤਾਂ ਇਹੀ ਬੇਨਤੀ ਕਰਾਂਗੇ ਤੁਸੀਂ ਸਾਰੇ ਜਿੰਨੇ ਭੈਣ ਭਰਾ ਮਜ਼ਦੂਰ ਜ਼ਿਮੀਂਦਾਰ ਵਪਾਰੀ ਵਰਗ ਇਹ ਸਾਰੇ ਹੀ ਰਲ ਕੇ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਤੇ ਬੀਐਸਪੀ ਸਰਕਾਰ ਬਣਾਓ, ਕਿਉਂਕਿ ਬੀਐਸਪੀ ਦਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਨੌ ਮਾਸ ਦਾ ਰਿਸ਼ਤਾ ਹੈਗਾ। ਪਹਿਲਾਂ ਤੋਂ ਇਕੱਠੇ ਪਿੰਡਾਂ 'ਚ ਕਣਕ ਇਕੱਠੇ ਵੱਢਦੇ ਰਹੇ, ਅਸੀਂ ਇਕੱਠੇ ਭਰੀਆਂ ਸਿਰ ਨਾਲ ਸਿਰ ਜੋੜ ਕੇ ਬੰਨ੍ਹਦੇ ਰਹੇ ਹਾਂ। ਇਸ ਕਰਕੇ ਇਹਦੇ ਜਦੋਂ ਲਾਖੇ ਨੂੰ ਜਿਤਾਇਆ ਸੀ ਉਦੋਂ ਵੀ ਸਾਨੂੰ ਸਾਰੇ ਕਹਿੰਦੇ ਸੀ ਕਿ ਤੁਸੀਂ ਜਿੱਤ ਨਹੀਂ ਸਕਦੇ। ਇਹ ਤਾਂ ਮੈਂ ਕਿਹਾ ਤੁਹਾਨੂੰ ਜਿੱਤ ਕੇ ਦਿਖਾਵਾਂਗੇ। ਇਲਾਕਾ ਕੋਈ ਲੱਖ ਵੋਟ ਤੋਂ ਵੱਧ ਜਿੱਤਿਆ ਸੀ। ਪਹਿਲਾਂ ਕਾਂਸ਼ੀ ਰਾਮ ਜੀ ਨਾਲ ਕੀਤਾ ਸੀ, ਉਹ ਵੀ ਵੱਧ ਲੱਖ ਵੋਟ ਤੋਂ ਜਿੱਤੇ। ਇਸ ਕਰਕੇ ਹੁਣ ਜਿਹੜੀ ਸਰਕਾਰ ਸਾਡੀ ਬਣਨੀ ਆ, ਇਹ 'ਚ ਕੋਈ ਰੌਲਾ ਨਹੀਂ ਹੈ। ਸੋ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਵੀ ਤੁਸੀਂ ਉਹਨਾਂ ਦੇ ਸਾਰੇ ਲਾਰੇ ਦੇਖ ਲਿਆ, ਆਪਾਂ ਲਾਰੇ ਨਹੀਂ ਲਾਉਣੇ। ਲਾਰੇ ਹੁਣ ਇਸੇ ਤਰ੍ਹਾਂ ਲਾਈ ਜਾਂਦੇ, ਇਸੇ ਕਰਕੇ ਜਿੱਦਾਂ ਸ਼ਰਮਾ ਜੀ ਕਹਿੰਦੇ ਨੇ ਵੀ 15 ਜਨਵਰੀ ਤੋਂ ਬਾਅਦ ਤਾਂ ਉਹਨਾਂ ਨੇ ਰਹਿਣਾ ਹੀ ਨਹੀਂ ਹੈਗਾ, ਔਰ ਰਾਦਰ 30 ਅਕਤੂਬਰ ਤੋਂ ਬਾਅਦ ਨਹੀਂ ਰਹਿਣਾ। ਉਹ ਜਵਾਬ ਦੇ ਨਹੀਂ ਹੈ, ਖਤਮ ਹੋ ਗਿਆ ਜੀ ਵੀ ਸਾਡੀ ਸਰਕਾਰ ਹੀ ਹੈ ਨਹੀਂ। ਇਸ ਕਰਕੇ ਜੋ ਮੂੰਹ ਆਉਂਦਾ ਬੋਲੀ ਜਾਂਦੇ, ਆਪੇ ਅਗਲੇ ਭਰਨਗੇ ਜਾਂ ਕਰਨਗੇ ਜਾਂ ਮਰਨਗੇ। ਸੋ ਇਹਨਾਂ ਸ਼ਬਦਾਂ ਨਾਲ ਤੁਹਾਡੀ ਪ੍ਰੈਸ ਵੀਰਾਂ ਦਾ ਤੇ ਜਿੰਨੀ ਸੰਗਤ ਸਾਰੀ ਆਈ ਹੈ ਤੇ ਉਹਨਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸ਼੍ਰੀ ਰਾਮ। ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ NK ਸ਼ਰਮਾ ਜੀ ਵਿਧਾਨ ਸਭਾ ਨਵਾਂ ਸ਼ਹਿਰ ਦੇ ਅੰਦਰ ਸਮੁੱਚੇ ਵਪਾਰੀਆਂ ਨੂੰ ਮਿਲਣ ਦੇ ਲਈ, ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣਨ ਲਈ ਪਹੁੰਚੇ ਆ। ਉਹਨਾਂ ਨੇ ਵਿਸਥਾਰ ਦੇ ਨਾਲ ਅੱਜ ਗੱਲਬਾਤ ਕੀਤੀ ਆ। ਜਿਹੜੀ ਉਹਨਾਂ ਨੇ ਅੱਜ ਗੱਲਬਾਤ ਸਾਨੂੰ ਦੱਸੀ ਆ, ਸਾਨੂੰ ਸਾਰਿਆਂ ਨੂੰ ਉਹਨਾਂ 'ਤੇ ਅਮਲ ਕਰਕੇ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਸਰਕਾਰ ਬਣਾਉਣੀ ਚਾਹੀਦੀ ਹੈ। ਮੈਂ ਇਹਨਾਂ ਦੇ ਇੱਥੇ ਪਹੁੰਚਣ ਦੇ ਵਿਸ਼ੇਸ਼ ਤੌਰ 'ਤੇ ਪਹੁੰਚਣ ਦੇ ਧੰਨਵਾਦ।